ਭਗਤ ਕਿਸੇ ਵੀ ਮਜ਼ਹਬ ਦੇ, ਕਿਸੇ ਵੀ ਧਰਮ ਦੇ, ਕਿਸੇ ਵੀ ਫਿਰਕੇ ਦੇ ਤਾਂ ਇੱਕ ਪਾਸੇ, ਕਿਸੇ ਇੱਕ ਵਿਅਕਤੀ ਦੇ ਵੀ ਖਿਲਾਫ ਨਹੀਂ ਹੁੰਦਾ। ਉਸ ਦਾ ਉਪਦੇਸ਼ ਸਾਰੇ ਸੰਸਾਰ ਦੇ ਭਲੇ ਵਾਸਤੇ ਹੁੰਦਾ ਹੈ ਤੇ ਕੁਰੀਤੀਆਂ ਜਿੱਥੇ ਵੀ ਦੇਖੇ ਉਹਨਾਂ ਕੁਰੀਤੀਆਂ ਦਾ ਖੰਡਨ ਬੇਬਾਕ ਹੋ ਕੇ ਭਗਤ ਕਰਦਾ ਹੈ। ਇਹ ਇੰਝ ਹੀ ਹੈ ਜਿਵੇਂ ਪ੍ਰਕਾਸ਼ ਹਨੇਰੇ ਦੀ ਵਿਰੋਧਤਾ ਕਰੇ। ਦਰਅਸਲ ਤਾਂ ਇਹ ਵਿਰੋਧਤਾ ਨਹੀਂ, ਪ੍ਰਕਾਸ਼ ਦਾ ਆਪਣਾ ਕੰਮ ਹੈ। ਰੌਸ਼ਨੀ ਪ੍ਰਗਟ ਹੁੰਦਿਆਂ ਹੀ ਅੰਧੇਰਾ ਮਿਟੇ, ਖੰਡਿਤ ਹੋਵੇ, ਇਹ ਸੁਭਾਵਿਕ ਹੈ। ਭਗਤ ਦੇ ਹਿਰਦੇ ਵਿੱਚੋਂ ਜੋ ਬਚਨ ਨਿਕਲਦੇ ਹਨ, ਜੋ ਵਿਚਾਰ ਪ੍ਰਗਟ ਹੁੰਦੇ ਨੇ, ਉਹ ਧੁਰ ਦਰਗਾਹੋਂ ਆਏ ਹੋਏ ਬਚਨ ਹੋਇਆ ਕਰਦੇ ਨੇ। ਜਿੱਥੇ ਹਿਰਦਾ ਅਤੇ ਹਰੀ ਇੱਕ ਹਨ, ਇਸ ਲਈ ਨਾ ਕਿਸੇ ਪ੍ਰਤੀ ਕੋਈ ਵਿਰੋਧਤਾ ਹੁੰਦੀ ਹੈ, ਨਾ ਕਿਸੇ ਦਾ ਕੋਈ ਪੱਖਪਾਤ ਹੁੰਦਾ ਹੈ। ਆਮ ਮਨੁੱਖ ਦਾ ਖਿਆਲ ਕੁਝ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਕਿ ਆਪ ਤਾਂ ਜੋ ਭਰਮ ਨੂੰ ਧਰਮ ਸਮਝੇ ਉਸ ਨੂੰ ਵੀ ਜਸਟੀਫਾਈ ਕਰਦਾ ਹੈ ਲੱਖ ਦਲੀਲਾਂ ਲੱਭ ਕੇ ਕਿ ਇਹ ਠੀਕ ਹੈ। ਸਮਝਣ ਦੇ ਥਾਂ ਕਵਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਦੂਜੇ ਦੇ ਧਰਮ ਦਾ ਵੀ ਖੰਡਨ ਕਰਨ ਦਾ ਯਤਨ ਕਰਦਾ ਹੈ, ਕਾਰਨ ਕਿ ਜਿਸ ਰਹੁ ਰੀਤੀ ਨੂੰ, ਮਰਿਆਦਾ ਨੂੰ ਮੈਂ ਮੰਨਦਾ ਹਾਂ ਉਹੀ ਠੀਕ ਹੈ। ਇਸ ਨੂੰ ਮਰਿਆਦਾ ਨਾਲ ਵੀ ਕੋਈ ਮਤਲਬ ਨਹੀਂ, ਦੂਰ ਤੱਕ ਦੇਖੋਗੇ ਤਾਂ। ਦਰਅਸਲ ਇਹ ਐਲਾਨ ਇਹ ਕਰਨਾ ਚਾਹੁੰਦਾ ਹੈ ਕਿ ਮੈਂ ਗਲਤ ਕਿਵੇਂ ਹੋ ਸਕਦਾ, ਮੈਂ ਜੋ ਕੁਝ ਕਰ ਰਿਹਾ ਉਹ ਠੀਕ ਹੈ। ਇਸ ਲਈ ਆਪਣੇ ਭਰਮ ਨੂੰ ਵੀ ਧਰਮ ਆਖਦਾ ਹੈ, ਦੂਜੇ ਦੇ ਧਰਮ ਦਾ ਵੀ ਖੰਡਨ ਕਰਦਾ ਹੈ। ਦੁਨੀਆ ਅੰਦਰ ਵਾਦ ਵਿਵਾਦ ਇਸੇ ਗੱਲ ਤੇ ਚੱਲ ਰਿਹਾ ਹੈ। ਧਰਮ ਦੇ ਖੇਤਰ ਵਿੱਚ ਥਾਂ ਥਾਂ ਬਹਿਸ ਦੇਖੋਗੇ, ਲੇਕਿਨ ਇੱਕ ਗੱਲ ਪੱਕੀ ਹੈ ਕਿ ਜਿੱਥੇ ਕੇਵਲ ਬਹਿਸ ਹੈ ਔਰ ਗਲਤ ਬਹਿਸ ਹੈ, ਉੱਥੇ ਰਸ ਨਹੀਂ ਹੋਵੇਗਾ। ਭਗਤ ਜੇ ਕਿਸੇ ਚੀਜ਼ ਦਾ ਖੰਡਨ ਕਰਦਾ ਹੈ ਤਾਂ ਉਹ ਸੁਤੇ ਸਿੱਧ ਹੈ, ਕਿਸੇ ਦੀ ਵਿਰੋਧਤਾ ਵਾਸਤੇ ਨਹੀਂ। ਇਸ ਲਈ ਜੇ ਭਗਤਾਂ ਨੇ ਡਿੱਠਾ ਕਿ ਕਦੀ ਕਿਸੇ ਪੱਥਰ ਤੇ ਪੈਰ ਰੱਖ ਕੇ ਕੋਈ ਮੂਰਤੀ ਘੜਦੇ ਹੋ, ਫਿਰ ਉਸ ਆਪੇ ਬਣਾਏ ਪੱਥਰ ਦੀ ਮੂਰਤੀ ਦੇ ਪੈਰਾਂ ਅੱਗੇ ਆਪਣਾ ਸਿਰ ਝੁਕਾ ਕੇ ਬੈਠੇ ਹੋ ਤੇ ਇਨਸਾਨਾਂ ਵਿੱਚ ਵਸਦੇ, ਕੁਦਰਤ ਵਿੱਚ ਵਸਦੇ ਕਾਦਰ ਨੂੰ ਦੇਖਦੇ ਨਹੀਂ, ਤਾਂ ਉਸ ਦਾ ਵੀ ਭਗਤ ਖੰਡਨ ਕਰਦਾ ਹੈ। ਇੱਥੋਂ ਤੱਕ ਆਖ ਦਿੰਦੇ ਹਨ ਭਗਤ ਜਨ, ਪਾਖਾਨ ਘੜ ਕੈ ਮੂਰਤ ਕੀਨੀ, ਦੇ ਕੈ ਛਾਤੀ ਪਾਓ, ਜੋ ਇਹ ਮੂਰਤ ਸਾਚੀ ਹੈ ਤੋ ਗੜਨਹਾਰੇ ਖਾਓ। ਜਿਹੜਾ ਇਸ ਤੇ ਪੈਰ ਰੱਖ ਕੇ ਬੈਠਾ ਰਿਹਾ, ਛੈਣੀ ਹਥੌੜਾ ਲੈ ਕੇ ਚੋਟਾ ਮਾਰਦਾ ਰਿਹਾ, ਉਸ ਨੂੰ ਖਾ ਜਾਂਦੀ, ਬੜੀ ਚੋਟ ਪਹੁੰਚਾਈ ਉਸਨੇ। ਇਹ ਇੱਕ ਸੱਚਾ ਖੰਡਨ ਹੈ। ਭਗਤ ਕੇਵਲ ਖੰਡਨ ਲਈ ਖੰਡਨ ਨਹੀਂ ਕਰਦਾ, ਬਲਕਿ ਸੱਚ ਦਾ ਮੰਡਨ ਕਰਨ ਵਾਸਤੇ ਭਰਮ ਦਾ ਖੰਡਨ ਕਰਦਾ ਹੈ। ਫਿਰ ਭਗਤ ਨੂੰ ਇਹ ਪਰਵਾਹ ਨਹੀਂ ਕਿ ਉਹ ਭਰਮ ਕਿਸ ਮਜ਼ਹਬ ਦੇ ਨਾਮ ਹੇਠ ਪਾਲਿਆ ਗਿਆ ਹੈ। ਇਸੇ ਲਈ
ਆਮ ਸ਼੍ਰੇਣੀਆਂ ਦੇ ਪੁਜਾਰੀ ਭਗਤ ਦੇ ਖਿਲਾਫ ਹੋ ਜਾਂਦੇ ਰਹੇ ਨੇ। ਹੋਰ ਭਗਤ ਕਬੀਰ ਜੀ ਦਾ ਕੋਈ ਦੋਸ਼ ਤਾਂ ਨਹੀਂ ਸੀ, ਕੋਈ ਉਹਨਾਂ ਗੁਨਾਹ ਨਹੀਂ ਕੀਤਾ, ਕੋਈ ਐਬ ਨਹੀਂ ਸੀ ਕਿ ਪਕੜ ਕੇ ਗੰਗਾ ਦੀਆਂ ਲਹਿਰਾਂ 'ਚ ਸੁੱਟਣ ਦਾ ਹੁਕਮ ਹੋ ਜਾਏ, ਕਿ ਹਾਥੀ ਅੱਗੇ ਸੁੱਟਣ ਦਾ ਹੁਕਮ ਹੋ ਜਾਏ, ਫਤਵਾ ਲਗਾ ਦਿੱਤਾ ਜਾਏ। ਉਹਨਾਂ ਨੇ ਸੱਚ ਨੂੰ ਪ੍ਰਗਟ ਕੀਤਾ ਸੀ। ਸੱਚ ਆਦਮੀ ਬਰਦਾਸ਼ਤ ਕਰਨ ਲਈ ਤਿਆਰ ਨਹੀਂ, ਕਿਉਂਕਿ ਉਸਨੇ ਆਪਣੇ ਭਰਮ ਨੂੰ ਧਰਮ ਮੰਨ ਲਿਆ ਹੈ। ਇਹੀ ਵੱਡੀ ਰੁਕਾਵਟ ਹੈ। ਜਿੱਥੇ ਭਗਤ ਕਬੀਰ ਜੀ ਨੇ ਹਿੰਦੁਸਤਾਨ ਦੇ ਮੂਲ ਵਾਸੀਆਂ ਦੀਆਂ ਕੁਰੀਤੀਆਂ ਦਾ ਖੰਡਨ ਕੀਤਾ ਹੈ, ਉੱਥੇ ਪੱਖਪਾਤ ਉਹਨਾਂ ਨੇ ਹੁਕਮ ਹਕੂਮਤ ਚਲਾਉਣ ਵਾਲੇ ਵਰਗ ਦਾ ਵੀ ਨਹੀਂ ਕੀਤਾ। ਇਸਲਾਮ ਦਾ ਬੋਲ ਬਾਲਾ ਸੀ ਤਾਂ ਇਹ ਪਰਵਾਹ ਨਹੀਂ ਕੀਤੀ ਕਿ ਹਕੂਮਤ ਨਾਰਾਜ਼ ਹੋਵੇਗੀ, ਕਿ ਹਕੂਮਤ ਚਲਾਉਣ ਵਾਲਿਆਂ ਦੇ ਪੁਜਾਰੀ ਖਿਲਾਫ ਹੋ ਜਾਣਗੇ। ਸੱਚ ਜੋ ਉਹਨਾਂ ਨੇ ਡਿੱਠਾ ਉਹ ਉਹਨਾਂ ਦੀ ਰਸਨਾ 'ਤੇ ਸੀ। ਉਹ ਬਚਨ ਉਹਨਾਂ ਨੇ ਬੜੀ ਜੁਰਤ ਨਾਲ, ਦਲੇਰੀ ਨਾਲ, ਖੁੱਲ੍ਹੇ ਰੂਪ ਵਿੱਚ ਸੰਸਾਰ ਦੇ ਅੱਗੇ ਕਹੇ। ਅੱਜ ਦੇ ਇਹਨਾਂ ਸ਼ਲੋਕਾਂ ਵਿੱਚ ਕਾਬਾ ਸ਼ਰੀਫ ਦੀ ਜ਼ਿਆਰਤ ਦਾ ਜ਼ਿਕਰ ਹੈ। ਉੱਥੇ ਜਾ ਕੇ ਹੱਜ ਕਰਨ ਗਿਆ ਜੋ ਬਲੀ ਦਿੱਤੀ ਜਾਂਦੀ ਹੈ ਉਸ ਦਾ ਜ਼ਿਕਰ ਹੈ। ਕਬੀਰ ਜੀ ਆਖ ਰਹੇ ਹਨ, ਜੀਵਾਂ ਨੂੰ ਮਾਰਿਆ, ਜੀਵਾਂ ਦਾ ਖੂਨ ਵਗਾਇਆ ਹੋਇਆ, ਤੁਹਾਡੇ ਪਾਪ ਨਹੀਂ ਧੋਤੇ ਜਾਣੇ, ਇਸ ਭੁਲੇਖੇ ਵਿੱਚ ਨਾ ਪਵੋ, ਇਹ ਹਲਾਲ ਨਹੀਂ। ਤੁਸੀਂ ਰੱਬ ਦਾ ਨਾਂ ਇਸਤੇਮਾਲ ਕਰਕੇ ਆਪਣੇ ਚਸਕੇ ਪੂਰੇ ਕਰ ਰਹੇ ਹੋ, ਰੱਬ ਨੂੰ ਵਿੱਚ ਕਿਉਂ ਘਸੀਟਦੇ ਹੋ? ਸਿੱਧੇ ਤੌਰ ਤੇ ਇਸ ਗੱਲ ਨੂੰ ਕਬੂਲ ਕਰੋ, ਮਾਸ ਅਸਾਂ ਖਾਣਾ। ਧਰਮ ਦੇ ਪਰਦੇ ਹੇਠ ਆਦਮੀ ਕੀ ਕਰ ਰਿਹਾ ਹੈ? ਇਹ ਹਿੰਦੁਸਤਾਨ ਦੇ ਮੰਦਰਾਂ ਵਿੱਚ ਵੀ ਪ੍ਰਚਲਿਤ ਸੀ, ਅੱਜ ਵੀ ਹੈ ਕਿ ਦੇਵੀ ਨੂੰ ਬਲੀ ਦੇਣੀ ਹੈ, ਬੱਕਰੇ ਵਿਸ਼ੇਸ਼ ਤੌਰ ਤੇ ਪਾਲੇ ਜਾਂਦੇ ਨੇ। ਇਉਂ ਹੀ ਕੁਰਬਾਨੀ ਦੇਣ ਲਈ ਦੁੰਬਿਆਂ ਨੂੰ ਪਾਲਿਆ ਜਾਂਦਾ ਹੈ। ਕਬੀਰ ਸਾਹਿਬ ਆਖਦੇ ਨੇ, ਤੁਸੀਂ ਕਰ ਕੀ ਰਹੇ ਹੋ? ਪਰਮਾਤਮਾ ਦੇ ਨਾਮ ਹੇਠ ਜੋ ਕਰ ਰਹੇ ਹੋ ਇਹ ਧਰਮ ਨਹੀਂ ਹੈ। ਕਬੀਰ ਜੀ ਨੇ ਆਖਿਆ, ਜੀ ਬੱਧੋ ਸੋ ਧਰਮ ਕਰ ਥਾਪੋ। ਪਕੜ ਕੇ ਜੀਆਂ ਨੂੰ ਗਰਦਨਾਂ ਲਾ ਰਹੇ ਹੋ ਤੇ ਉਹ ਵੀ ਧਰਮ ਦੇ ਪਰਦੇ ਹੇਠ। ਆਖਦੇ ਹੋ ਅਸੀਂ ਧਰਮ ਕਮਾ ਰਹੇ ਹਾਂ। ਜੀ ਬੱਧੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ। ਜੇ ਇਹੀ ਧਰਮ ਹੈ ਤਾਂ ਫਿਰ ਅਧਰਮ ਕੀ ਹੈ? ਧਰਮ ਦੇ ਉਲਟ ਕੰਮ ਕੀ ਹੋਣਗੇ? ਆਪਸ ਕੋ ਮੁਨਿਵਰ ਕਰ ਥਾਪੋ, ਕਾਕੋ ਕਹੋ ਕਸਾਈ। ਫਿਰ ਆਪਣੇ ਆਪ ਨੂੰ ਧਾਰਮਿਕ ਆਗੂ ਸਦਵਾਉਂਦੇ ਹੋ, ਮੁਨੀ ਸਦਵਾਉਂਦੇ ਹੋ। ਕਸਾਈ ਕੌਣ ਹੋਵੇਗਾ? ਕਬੀਰ ਜੀ ਦੇ ਇਹ ਬਚਨ ਬੜੇ ਚੋਟ ਕਰਨ ਵਾਲੇ ਹਨ। ਜੋ ਵੀ ਆਦਮੀ ਕੱਟੜਤਾ ਦੀ ਪੱਟੀ ਅੱਖਾਂ ਤੋਂ ਖੋਲ ਕੇ ਦੇਖੇਗਾ, ਉਸ ਨੂੰ ਇਹ ਸੱਚਾਈ ਦਿਸੇਗੀ ਵੀ। ਜੋ ਕੰਨਾਂ ਵਿੱਚੋਂ ਪਾਏ ਹੋਏ ਪੱਖਪਾਤ ਦੇ ਬੁੱਝੇ ਕੱਢ ਕੇ ਸੁਣੇਗਾ, ਉਸ ਦੇ ਹਿਰਦੇ ਤੱਕ ਭਗਤ ਕਬੀਰ ਜੀ ਦੇ ਬਚਨ ਚੋਟ ਕਰਨਗੇ। ਅੱਜ ਦੇ ਇਹਨਾਂ ਬਚਨਾਂ ਵਿੱਚ ਕਬੀਰ ਸਾਹਿਬ ਪ੍ਰਾਰੰਭ ਕਰਦੇ ਹਨ, ਕਬੀਰ ਹਜ ਕਾਬੈ ਹੋਂ ਜਾਏ ਥਾ, ਆਗੈ ਮਿਲਿਆ ਖੁਦਾਏ। ਸਾਈਂ ਮੁਝ ਸਿਉ ਲਰ ਪਰਿਆ, ਤੁਝੈ ਕਿਨ ਫਰਮਾਈ ਗਾਏ। ਸਭ ਤੋਂ ਪਹਿਲੀ ਗੱਲ ਕਿ ਇੱਕ ਯਾਤਰਾ ਚੱਲ ਰਹੀ ਹੈ। ਕੋਈ ਤੀਰਥਾਂ ਦੀ ਯਾਤਰਾ ਕਰੇ, ਕੋਈ ਗੁਰਧਾਮਾਂ ਦੀ ਕਰੇ, ਕੋਈ
ਕਾਬੇ ਦੀ ਜ਼ਿਆਰਤ ਕਰੇ, ਸਭ ਧਰਮ ਦੇ ਪਰਦੇ ਹੇਠ ਹਨ। ਪਰ ਜਦੋਂ ਵੀ ਅਸੀਂ ਇਸ ਨਜ਼ਰੀਏ ਨਾਲ ਜਾਂਦੇ ਹਾਂ ਕਿ ਰੱਬ ਕੇਵਲ ਉੱਥੇ ਮਿਲੇਗਾ, ਤਾਂ ਅਸੀਂ ਬੁਨਿਆਦੀ ਤੌਰ 'ਤੇ ਧਰਮ ਦੇ ਮੁੱਢਲੇ ਸਿਧਾਂਤ ਨੂੰ ਭੁੱਲ ਗਏ ਹੁੰਦੇ ਹਾਂ। ਧਰਮ ਇਹ ਸਿਖਾਉਂਦਾ ਹੈ ਕਿ ਪਰਮਾਤਮਾ ਤੁਹਾਡੇ ਅੰਦਰ ਬਿਰਾਜਮਾਨ ਹੈ। ਉਸ ਦੀ ਸ਼ਕਤੀ ਸ੍ਰਿਸ਼ਟੀ ਦੇ ਕਣ-ਕਣ ਵਿੱਚ ਜ਼ਾਹਰਾ ਤੌਰ 'ਤੇ ਵਰਤਦੀ ਹੈ, ਦੇਖਣ ਵਾਲੀ ਅੱਖ ਬਣਾ। ਬੁੱਲਾ ਸ਼ੌ ਅਸਾਥੋਂ ਵੱਖ ਨਹੀਂ, ਵਿੱਚ ਫਰਕ ਅਸਾਡੇ ਕੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ। ਦੇਖਣ ਵਾਲਾ ਬਣ। ਹਾਜੀ ਲੋਕ ਹਜ ਕਰਨ ਵਾਸਤੇ, ਕਾਬੇ ਦੀ ਜ਼ਿਆਰਤ ਕਰਨ ਵਾਸਤੇ ਜਾਂਦੇ, ਅੱਜ ਵੀ ਜਾਂਦੇ ਨੇ। ਕਬੀਰ ਜੀ ਨੇ ਇੱਥੇ ਮੁਸਲਿਮ ਭਰਾਵਾਂ ਵੱਲ ਤੱਕ ਕੇ ਉਹਨਾਂ ਨੂੰ ਆਪਣਾ ਪੱਖ ਦੱਸ ਰਹੇ ਹਨ ਕਿ ਅੰਦਰ ਦੇਖਣ ਦੀ ਕੋਸ਼ਿਸ਼ ਕਰੋ, ਖੁਦਾ ਦੂਰ ਨਹੀਂ। ਪਹਿਲੀ ਗੱਲ ਸਮਝਣ ਵਾਲੀ ਹੈ ਕਿ ਹਜ ਕੀ ਹੈ, ਕਿਵੇਂ ਕੀਤਾ ਜਾਂਦਾ ਹੈ। ਇਹ ਅਰਬੀ ਦਾ ਸ਼ਬਦ ਹੈ। ਕਾਬੇ ਦੀ ਜ਼ਿਆਰਤ ਯਾਤਰਾ ਜੋ ਮੁਸਲਮਾਨ ਭਰਾ ਧਰਮ ਦਾ ਅਸੂਲ ਜਾਣ ਕੇ ਕਰਦੇ ਹਨ। ਹਿਜਰੀ ਸਾਲ ਦੇ 12ਵੇਂ ਮਹੀਨੇ ਵਿੱਚ ਇਹ ਯਾਤਰਾ ਕੀਤੀ ਜਾਂਦੀ ਹੈ। ਰੀਤੀ ਇਸ ਦੀ, ਮਰਿਆਦਾ ਇਸ ਦੀ ਇਉਂ ਹੈ ਕਿ ਜਦੋਂ ਮੱਕਾ ਸ਼ਹਿਰ ਇੱਕ ਪੜਾਅ ਰਹਿ ਜਾਏ ਤਾਂ ਯਾਤਰੀ ਲੋਕ ਇਸ਼ਨਾਨ ਕਰਕੇ ਇਹਿਰਾਮ ਬੰਨੇ। ਭਾਵ ਇਹ ਹੈ ਕਿ ਬਾਕੀ ਦੇ ਬਸਤਰ ਉਸਨੇ ਤਿਆਗ ਦੇਣੇ ਹਨ, ਕੇਵਲ 2 ਚਾਦਰਾਂ ਰੱਖਣੀਆਂ ਹਨ, ਇੱਕ ਤੇੜ, ਦੂਜੀ ਸਰੀਰ ਦੇ ਉੱਪਰ। ਜੁੱਤੀ ਤਿਆਗ ਦੇਣੀ ਹੈ, ਖੜਾਵਾਂ ਪਹਿਨ ਸਕਦਾ ਹੈ। ਫਿਰ ਤਲਬੀਆ ਗੀਤ ਗਾਉਂਦਾ ਹੋਇਆ ਮੱਕੇ ਪਹੁੰਚੇ। ਉਸ ਗੀਤ ਦੇ ਭਾਵ ਅਰਥ ਇਉਂ ਹਨ ਕਿ ਮੈਂ ਤੇਰੀ ਸੇਵਾ ਲਈ ਖੜਾ ਹਾਂ, ਤੂੰ ਲਾ ਸ਼ਰੀਕ ਹੈ, ਤੇਰਾ ਕੋਈ ਸ਼ਰੀਕ ਨਹੀਂ, ਤੇ ਯਕੀਨਨ ਤੇਰੀ ਹੀ ਉਸਤਤ ਹੈ, ਤੇਰੀ ਹੀ ਬਾਦਸ਼ਾਹਤ ਹੈ। ਕਾਬੇ ਦੇ ਮੰਦਰ ਪਾਸ ਜਾ ਕੇ ਫਿਰ ਇਸ਼ਨਾਨ ਕਰੇ ਤੇ ਸੰਗੇ ਅਸਵਦ ਨੂੰ ਚੁੰਮੇ। 7 ਪ੍ਰਕਰਮਾਂ ਕਾਬੇ ਦੀਆਂ ਕਰੇ। 3 ਤੇਜ਼ ਚਾਲ ਨਾਲ ਕਰਦਾ ਹੈ, 4 ਧੀਮੀ ਗਤੀ ਨਾਲ, ਹੌਲੀ ਹੌਲੀ। ਕਾਬੇ ਨੂੰ ਆਪਣੇ ਖੱਬੇ ਹੱਥ ਰੱਖ ਕੇ ਪ੍ਰਕਰਮਾਂ ਕਰਦਿਆਂ ਹੋਇਆਂ ਇਸ ਕਾਲੇ ਪੱਥਰ ਨੂੰ, ਸੰਗੇ ਅਸਵਦ ਨੂੰ ਹਾਜੀ ਲੋਕ ਚੁੰਮਦੇ ਹਨ। ਉਂਝ ਪੱਥਰ ਦੀ ਵਿਰੋਧਤਾ ਹੈ ਇਸਲਾਮ ਵਿੱਚ, ਪਰ ਇਸ ਨੂੰ ਪਵਿੱਤਰ ਮੰਨਿਆ ਗਿਆ ਹੈ। ਚੁੰਮਦੇ ਹਨ, ਆਪਣੀ ਆਪਣੀ ਰਹੁ ਰੀਤੀ ਹੈ। ਫਿਰ ਇਬਰਾਹੀਮ ਦੇ ਮੁਕਾਮ 'ਤੇ ਹਾਜੀ ਜਾਂਦੇ ਨੇ, ਉੱਥੇ ਪ੍ਰਾਰਥਨਾ ਕਰਦੇ ਹਨ। ਫਿਰ ਪਹਾੜੀ ਸਫਾ ਮਰੂਹ 'ਤੇ ਜਾਂਦੇ ਨੇ, ਉੱਥੇ ਜਾ ਕੇ ਕਾਬੇ ਵੱਲ ਮੁੱਖ ਕਰਕੇ ਫਿਰ ਪ੍ਰਾਰਥਨਾ ਕਰਦੇ ਹਨ। ਫਿਰ ਮਰਵਾ ਚੋਟੀ 'ਤੇ ਜਾ ਕੇ ਪ੍ਰੇਅਰ ਕਰਦੇ ਨੇ ਤੇ ਫਿਰ ਵਾਪਸ ਕਾਬੇ ਵਿੱਚ ਆ ਕੇ ਖੁਤਬਾ ਸੁਣਦੇ ਹਨ। ਫਿਰ ਮੁਕਾਮ ਮਿਨਾ 'ਤੇ ਜਾ ਕੇ ਰਾਤ ਰਹਿੰਦੇ ਹਨ। ਉੱਥੋਂ ਪਹਾੜੀ ਅਰਫਾਤ 'ਤੇ ਜਾਂਦੇ ਨੇ, ਉੱਥੇ ਵੀ ਪ੍ਰਾਰਥਨਾ ਕੀਤੀ ਜਾਂਦੀ ਹੈ, ਖੁਤਬਾ ਸੁਣਿਆ ਜਾਂਦਾ ਹੈ। ਮੁਜ਼ਦਲਿਫਾ ਮੁਕਾਮ ਹੈ ਇੱਕ, ਜਿੱਥੇ ਜਾ ਕੇ ਸ਼ਾਮ ਦੀ ਨਮਾਜ਼ ਅਦਾ ਕੀਤੀ ਜਾਂਦੀ ਹੈ। ਇਹ ਸਾਰੀ ਰਹੁ ਰੀਤੀ 9ਵੀਂ ਤਿਥੀ ਤੱਕ ਸਮਾਪਤ ਕਰਕੇ 10ਵੀਂ ਨੂੰ
ਕੁਰਬਾਨੀ ਦਾ ਦਿਨ ਹੈ, ਜਿਸ ਦਾ ਜ਼ਿਕਰ ਕਬੀਰ ਸਾਹਿਬ ਇਹਨਾਂ ਸ਼ਲੋਕਾਂ ਵਿੱਚ ਵਿਸ਼ੇਸ਼ ਤੌਰ ਤੇ ਕਰ ਰਹੇ ਹਨ। ਉਸ ਦਿਨ ਮੁਜ਼ਦਲਿਫਾ ਮਕਾਮ ਤੇ ਨਮਾਜ਼ ਪੜ੍ਹ ਕੇ ਸ਼ੈਤਾਨ ਦੇ ਜੋ ਥੰਮ ਹੈ ਉੱਥੇ 7 ਪੱਥਰ ਸੁੱਟ ਕੇ ਫਿਰ ਮਿਨਾ ਪਹੁੰਚ ਕੇ ਕੁਰਬਾਨੀ ਦਿੱਤੀ ਜਾਂਦੀ ਹੈ। ਕੁਰਬਾਨੀ ਵਿੱਚ ਬੱਕਰਾ ਜਾਂ ਦੁੰਬਾ ਜਾਂ ਗਾਂ ਜਾਂ ਊਠ ਕਾਬੇ ਵੱਲ ਸਿਰ ਕਰਕੇ ਲਟਾਇਆ ਜਾਂਦਾ ਹੈ। ਉਸ ਪਸ਼ੂ ਦੇ ਸੱਜੇ ਪਾਸੇ ਖੜੇ ਹੋ ਕੇ ਅੱਲਾਹੂ ਅਕਬਰ ਕਹਿ ਕੇ ਕਲਮਾ ਪੜ੍ਹਦਿਆਂ ਹੋਇਆਂ ਫਿਰ ਉਸ ਦੇ ਗਲੇ ਤੇ ਹੌਲੀ ਹੌਲੀ ਛੁਰੀ ਚਲਾਈ ਜਾਂਦੀ ਹੈ ਤੇ ਇਸ ਤੋਂ ਬਾਅਦ ਹਾਜੀ ਇਹਿਰਾਮ ਤਿਆਗ ਕੇ ਆਪਣੀ ਮਰਜ਼ੀ ਦੇ ਬਸਤਰ ਪਹਿਨ ਸਕਦਾ ਹੈ, ਨਹੁੰ ਲਹਾ ਸਕਦਾ ਹੈ, ਸ਼ੇਵ ਕਰਾ ਸਕਦਾ ਹੈ, 3 ਦਿਨ ਮੱਕੇ ਹੋਰ ਠਹਿਰਦਾ ਹੈ ਤੇ ਤੁਰਨ ਵੇਲੇ ਕਾਬੇ ਦੀ ਫਿਰ ਪਰਿਕਰਮਾ ਕਰਦਾ ਹੈ, ਸ਼ੈਤਾਨ ਦੇ ਥੰਮ ਤੇ ਫਿਰ 7 ਵੱਟੀਆਂ ਸੁੱਟਦਾ ਹੈ, ਜ਼ਮਜ਼ਮ ਖੂਹ ਦਾ ਪਾਣੀ ਪੀਂਦਾ ਹੈ। ਇਸ ਨੂੰ ਹੱਜ ਕਰਨਾ ਆਖਦੇ ਹਨ ਤੇ ਹੱਜ ਕਰਨ ਵਾਲੇ ਨੂੰ ਬੜਾ ਪਵਿੱਤਰ ਮਹਾਨ ਇਨਸਾਨ ਮੰਨਿਆ ਜਾਂਦਾ ਹੈ, ਵਡਭਾਗੀ ਮੰਨਿਆ ਜਾਂਦਾ ਹੈ। ਪਰ ਕਬੀਰ ਸਾਹਿਬ ਜੀ ਇੱਥੇ ਜਿਸ ਵਿਚਾਰ ਤੇ ਜ਼ੋਰ ਦੇ ਰਹੇ ਹਨ ਉਹ ਕਹਿੰਦੇ ਨੇ ਖੁਦਾ ਭਲਾ ਕਿਉਂ ਆਖੇਗਾ। ਪਹਿਲੀ ਤੇ ਗੱਲ ਉਹ ਹਰ ਥਾਂ ਦਾ ਵਾਸੀ ਹੈ, ਕਿਸੇ ਖਾਸ ਦਿਸ਼ਾ ਦਾ ਵਾਸੀ ਨਹੀਂ, ਕਿਸੇ ਖਾਸ ਅਸਥਾਨ ਦਾ ਨਹੀਂ ਕਿ ਉਸ ਨੂੰ ਢੂੰਡਣ ਲਈ ਕਿਧਰੇ ਜਾਣਾ ਪਵੇ। ਭਾਈ ਗੁਰਦਾਸ ਜੀ ਨੇ ਆਖਿਆ ਹੈ, ਮਿਲੈ ਨ ਤੀਰਥ ਨਾਤਿਆਂ ਡੱਡਾਂ ਜਲ ਵਾਸੀ। ਡੱਡੀਆਂ ਜਲ ਵਿੱਚ ਰਹਿੰਦੀਆਂ ਨੇ ਤੀਰਥ ਦੇ, ਪਰ ਉਹਨਾਂ ਨੂੰ ਤਾਂ ਰੱਬ ਲੱਭਾ ਨਹੀਂ। ਤੂੰ ਤੀਰਥਾਂ ਤੇ ਜਾ ਕੇ ਲੱਭਦਾ ਫਿਰਦਾ ਹੈ, ਜਿਸ ਪਾਣੀ ਵਿੱਚ ਰੋਜ਼ ਮੱਛੀਆਂ ਇਸ਼ਨਾਨ ਕਰਦੀਆਂ ਨੇ, ਡੱਡੂ ਰਹਿੰਦੇ ਨੇ, ਫਿਰ ਤਾਂ ਉਹ ਵੱਡੇ ਮਹਾਤਮਾ ਹੋਣੇ ਚਾਹੀਦੇ ਨੇ। ਮਤਲਬ ਇੱਕ ਹੈ ਕਿ ਅੰਦਰਲਾ ਇਸ਼ਨਾਨ ਕਰਨਾ ਸਿੱਖ। ਸਤਿਗੁਰੂ ਦਾ ਐਲਾਨ ਇਹ ਹੈ ਕਿ ਪ੍ਰਮਾਤਮਾ ਕਿਧਰੇ ਦੂਰ ਨਹੀਂ, ਜਿਸ ਨੂੰ ਖੋਜਣ ਲਈ, ਪ੍ਰਸੰਨ ਕਰਨ ਲਈ ਕਿਸੇ ਵੀ ਸਥਾਨ ਤੇ ਵਿਸ਼ੇਸ਼ ਤੌਰ ਤੇ ਜਾਣਾ ਪਵੇ, ਉਹ ਸਥਾਨ ਤੇਰੇ ਅੰਦਰ ਹੈ। ਇਹ ਉਪਦੇਸ਼ ਸਾਰੇ ਮਜ਼ਹਬਾਂ ਦੇ ਲੋਕਾਂ ਲਈ ਸਾਂਝਾ ਹੈ, ਕਿਸੇ ਇੱਕ ਲਈ ਨਹੀਂ। ਲੋਕ ਇਹ ਵੀ ਫਰਕ ਕਰਦੇ ਕਿਸ ਦਿਸ਼ਾ ਵੱਲ ਪੈਰ ਕਰਕੇ ਸੌਣਾ ਨਹੀਂ। ਜੇ ਕਾਬੇ ਵੱਲ ਪੈਰ ਹੋ ਗਏ, ਖੁਦਾ ਦਾ ਘਰ ਉਧਰ ਹੈ। ਫਿਰ ਇਸ ਦਾ ਅਰਥ ਸੁਭਾਵਿਕ ਤੌਰ ਤੇ ਬਣੇਗਾ, ਬਾਕੀ ਦੀਆਂ ਦਿਸ਼ਾਵਾਂ ਵਿੱਚ ਕੀ ਖੁਦਾ ਨਹੀਂ ਵਸਦਾ, ਉਹ ਦੂਰ ਹੈ। ਇਹੀ ਉਪਦੇਸ਼ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦਿੱਤਾ ਸੀ, ਉਧਰ ਮੇਰੇ ਪੈਰ ਕਰ ਦਿਓ ਜਿੱਧਰ ਖੁਦਾ ਦਾ ਘਰ ਨਹੀਂ। ਮਤਲਬ ਇਹੀ ਸਮਝਾਉਣ ਤੋਂ ਸੀ ਕਿ ਹਰ ਥਾਂ ਹਰ ਦਿਸ਼ਾ ਵਿੱਚ ਉਹੀ ਵਸਦਾ ਹੈ। ਦੱਖਣ ਦੇ ਮੰਦਰਾਂ ਦੇ ਪੁਜਾਰੀ ਭਰਾ ਆਖਦੇ ਨੇ ਦੱਖਣ ਵੱਲ ਪੈਰ ਨਹੀਂ ਕਰਨੇ, ਮੰਦਰਾਂ ਵੱਲ ਪੈਰ ਹੋ ਜਾਣਗੇ, ਜਦੋਂ ਕਿ ਸਾਰੀ ਕਾਇਨਾਤ ਪਰਮਾਤਮਾ ਦਾ ਮੰਦਰ ਹੈ। ਜਿੱਧਰ ਵੀ ਕਰੋਗੇ ਪੈਰ, ਪੈਰਾਂ ਵਿੱਚ ਵੀ ਉਹ ਖੁਦ ਬੈਠਾ ਹੈ, ਸ਼ਕਤੀ ਉਸ ਦੀ ਵਰਤਦੀ ਹੈ। ਹਾਂ, ਚੁੰਬਕੀ ਸ਼ਕਤੀ ਦਾ ਖਿਆਲ ਰੱਖ ਕੇ ਕਿਸੇ ਖਾਸ ਦਿਸ਼ਾ ਵੱਲ ਪੈਰ ਨਾ ਕਰਨੇ, ਸਿਰ ਨਾ ਕਰਨਾ, ਉਹ ਵਿਗਿਆਨਕ ਤੱਥ ਹੋਵੇਗਾ, ਕਿਉਂਕਿ ਜ਼ਮੀਨ ਦੇ ਅੰਦਰ ਇਸ ਵਾਤਾਵਰਣ ਵਿੱਚ ਇੱਕ ਚੁੰਬਕੀ ਸ਼ਕਤੀ ਹੈ। ਇਹੀ ਤਾਂ ਕਾਰਨ ਹੈ ਕਿ ਦਿਸ਼ਾ ਦਰਸਾਉਣ ਵਾਲਾ ਜੰਤਰ ਆਪਣੇ ਆਪ ਜੋ ਪੂਰਬ ਵੱਲ ਹੋਣਾ ਚਾਹੀਦਾ ਹੈ ਪੂਰਬ ਵੱਲ ਹੋ ਜਾਂਦਾ ਹੈ, ਜੋ ਪੱਛਮ ਵੱਲ ਹੋਣਾ ਚਾਹੀਦਾ ਹੈ, ਚੁੰਬਕ ਦਾ ਉਹ ਪਾਸਾ ਉਸ ਪਾਸੇ ਹੋ ਜਾਂਦਾ ਹੈ। ਸ਼ਕਤੀ ਇਸ ਦਾ ਖਿਆਲ ਰੱਖਣਾ ਵਿਗਿਆਨਕ ਗੱਲ ਹੈ ਕਿ ਸਰੀਰ ਤੇ ਕੀ ਇਫੈਕਟ ਹੋਵੇਗਾ, ਉਸ ਦਾ ਦਿਮਾਗ ਤੇ ਵੀ ਅਸਰ ਹੋਵੇਗਾ, ਸੋਚਾਂ ਤੇ ਵੀ ਅਸਰ ਪਵੇਗਾ। ਉਂਝ ਹਰ ਥਾਂ ਪਰਮਾਤਮਾ ਦਾ ਅਸਥਾਨ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਹਰ ਜੀਵ ਵਿੱਚ ਉਹ ਬੈਠਾ ਹੈ, ਕੇਵਲ ਇਨਸਾਨ ਵਿੱਚ ਹੀ ਨਹੀਂ। ਅੰਡਜ ਜੇਰਜ ਉਤਪੁਜ ਸੇਤਜ ਤੇਰੇ ਕੀਤੇ ਜਨਤਾ, ਏਕ ਪੁਰਬ ਮੈਂ ਤੇਰਾ ਦੇਖਿਆ,
ਤੂੰ ਸਭਨਾ ਮਾਹੇ ਰਵੰਤਾ। ਮੈਂ ਤੇਰਾ ਅਸਚਰਜ ਕੌਤਕ ਇਹ ਦੇਖਿਆ ਹੈ ਕਿ ਤੂੰ ਸਾਰਿਆਂ ਦੇ ਵਿੱਚ ਆਪ ਰਮਿਆ ਹੋਇਆ ਹੈ। ਕਬੀਰ ਜੀ ਨੇ ਆਖਿਆ, ਇਸ ਲਈ ਮੈਂ ਕਿਸੇ ਵੀ ਧਰਮ ਦੇ ਪਰਦੇ ਹੇਠ ਚਲਾਏ ਗਏ ਭਰਮ ਵਿੱਚ ਨਹੀਂ ਪਵਾਂਗਾ। ਨਾ ਮੈਂ ਵਰਤ ਰੱਖਣਾ, ਨਾ ਮੈਂ ਰੋਜ਼ੇ ਰੱਖਣਾ। ਅਰਥ ਦੋਹਾਂ ਦਾ ਇੱਕ ਹੈ। ਵਰਤ ਨਾ ਰਹੋ ਨਾ ਮਹਿ ਰਮਦਾਨਾ, ਤਿਸ ਸੇਵੀ ਜੋ ਰੱਖੈ ਨਿਦਾਨਾ। ਹਾਂ, ਪੁਜਾਰੀ ਉਸ ਖੁਦਾ ਦਾ, ਪਰਮਾਤਮਾ ਦਾ ਹਾਂ। ਏਕ ਗੁਸਾਈ ਅੱਲਾਹ ਮੇਰਾ, ਹਿੰਦੂ ਤੁਰਕ ਦੋਹਾਂ ਨੇ ਬੇਰਾ। ਅੱਗੇ ਆਖਣ ਲੱਗੇ, ਹੱਜ ਕਾਬੇ ਜਾਓ ਨਾ ਤੀਰਥ ਪੂਜਾ। ਉਹ ਕੋਈ ਕਾਬਾ ਸ਼ਰੀਫ ਦੇ ਵਿਰੋਧੀ ਨਹੀਂ, ਨਾ ਕਿਸੇ ਤੀਰਥ ਦੇ ਹੀ, ਪਰ ਇਨਸਾਨ ਦੀ ਰੋਹਰੀਤੀ ਵਿੱਚੋਂ, ਭਰਮ ਵਿੱਚੋਂ ਕੱਢ ਕੇ ਧਰਮ ਵੱਲ ਜੋੜ ਰਹੇ ਨੇ। ਉਹ ਆਖਦੇ ਨੇ, ਅੰਦਰ ਦੇਖ, ਨਾ ਮੈਂ ਹੱਜ ਕਰਨ ਲਈ ਕਾਬੇ ਜਾਂਦਾ ਹਾਂ, ਨਾ ਮੈਂ ਤੀਰਥਾਂ ਤੇ ਜਾਂਦਾ ਹਾਂ। ਹੱਜ ਕਾਬੇ ਜਾਉ ਨਾ ਤੀਰਥ ਪੂਜਾ, ਏਕੋ ਸੇਵੀ ਅਵਰ ਨਾ ਦੂਜਾ। ਪੂਜਾ ਕਰੋ ਨਾ ਨਿਵਾਜ ਗੁਜ਼ਾਰੋ, ਏਕ ਨਿਰੰਕਾਰ ਲੈ ਹਿਰਦੈ ਨਮਸਕਾਰੋ। ਮੇਰੀ ਹਰ ਵੇਲੇ ਉਸ ਮਾਲਕ ਅੱਗੇ ਨਮਸਕਾਰ ਹੈ। ਕੀ ਸਵੇਰੇ ਸ਼ਾਮ ਸੰਧਿਆ ਕਰਨੀ ਤੇ ਕੀ 5 ਵਕਤ ਦੀ ਬਾਤ। ਮੇਰਾ ਹਰ ਪਲ ਉਸ ਨੂੰ ਸਮਰਪਿਤ ਹੈ। ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਨ। ਮੈਂ ਦੋਹਾਂ ਤੋਂ ਪਰੇ ਹਾਂ। ਬੁੱਲੇ ਸ਼ਾਹ ਨੇ ਆਖਿਆ, ਕਈ ਹਾਜੀ ਬਣ ਬਣ ਆਏ ਜੀ, ਗਲ ਨੀਲੇ ਜਾਮੇ ਪਾਏ ਜੀ। ਤੇ ਅਗਾਂਹ ਕਮਾਲ ਕਰ ਦਿੱਤੀ ਹੱਜ ਕਰਨ ਵਾਲਿਆਂ ਵਿੱਚੋਂ ਵੀ ਲੋਕਾਂ ਨੇ। ਜੇ ਪੈਸੇ ਦੀ ਜ਼ਰੂਰਤ ਹੈ, ਅਮੀਰ ਨੂੰ ਹੱਜ ਵੇਚ ਦਿਓ, ਮੇਰੇ ਹੱਜ ਦਾ ਫਲ ਤੈਨੂੰ ਮਿਲ ਜਾਏ ਤੇ ਤੂੰ ਮੈਨੂੰ ਇਤਨੀ ਰਕਮ ਦੇ ਦੇ। ਇਹ ਬੁੱਲੇ ਸ਼ਾਹ ਨੇ ਲਿਖਿਆ ਹੈ। ਉਹ ਕਹਿੰਦੇ ਨੇ, ਕਈ ਹਾਜੀ ਬਣ ਬਣ ਆਏ ਜੀ, ਗਲ ਨੀਲੇ ਜਾਮੇ ਪਾਏ ਜੀ। ਹੱਜ ਵੇਚ ਟਕੇ ਲੈ ਖਾਏ ਜੀ। ਭਲਾ ਇਹ ਗੱਲ ਕਿਹਨੂੰ ਭਾਏ ਜੀ। ਕੋਈ ਬਾਤ ਸੱਚੀ ਵੀ ਲੁਕਦੀ ਏ, ਗੱਲ ਇੱਕ ਨੁਕਤੇ ਵਿੱਚ ਮੁੱਕਦੀ ਏ। ਉਹ ਨੁਕਤਾ ਮਨੁੱਖ ਗਵਾਈ ਬੈਠਾ ਹੈ। ਕਬੀਰ ਜੀ ਨਾ ਕਿਸੇ ਵਿਸ਼ੇਸ਼ ਅਸਥਾਨ ਦੀ ਪੂਜਾ ਲਈ ਪ੍ਰੇਰਨਾ ਦਿੰਦੇ ਨੇ, ਨਾ ਪਸ਼ੂਆਂ ਦੀ ਬਲੀ ਦੇਣ ਦੀ ਰੋਹ ਰੀਤੀ ਦੇ ਹੱਕ ਵਿੱਚ ਹਨ। ਸਾਡੇ ਦੇਸ਼ ਵਿੱਚ ਪਸ਼ੂ ਕੀ ਲੋਕ ਆਦਮੀ ਦੀ ਬਲੀ ਵੀ ਦਿੰਦੇ ਰਹੇ। ਨਰ ਮੇਦ ਜੱਗ ਕੀਤੇ ਗਏ। ਨਰ ਮੇਦ ਜੱਗ ਦਾ ਮਤਲਬ ਹੈ ਜਿਸ ਜੱਗ ਵਿੱਚ ਆਦਮੀ ਨੂੰ ਕਤਲ ਕੀਤਾ ਜਾਣਾ ਹੈ, ਉਸ ਦੀ ਬਲੀ ਦਿੱਤੀ ਜਾਣੀ ਹੈ। ਉਹ ਕੈਸੇ ਦੇਵੀ ਦੇਵਤੇ ਜਾਂ ਖੁਦਾ ਹੋਵੇਗਾ ਜਿਹੜਾ ਬੰਦਿਆਂ ਦੇ ਮਾਰਨ ਤੇ ਪ੍ਰਸੰਨ ਹੁੰਦਾ ਹੋਵੇ। ਇਸ ਕਾਇਨਾਤ ਨੂੰ ਸਿਰਜਣ ਵਾਲੇ ਨੇ ਬੜਾ ਇੰਤਜ਼ਾਮ ਕੀਤਾ ਹੋਇਆ ਹੈ, ਪਰ ਜੋ ਕੁਝ ਅਸੀਂ ਧਰਮ ਦੇ ਪਰਦੇ ਹੇਠ ਕਰ ਰਹੇ ਹਾਂ, ਦਰਅਸਲ ਉਹ ਆਪਣਾ ਹੀ ਇੱਕ ਸਵਾਰਥ ਪਿੱਛੇ ਛੁਪਿਆ ਹੋਇਆ ਹੈ। ਚਸਕੇ ਆਪਣੇ ਨੇ, ਮਾਸ ਆਪ ਖਾਣਾ, ਨਾ ਦੇਵੀ ਦੇਵਤਿਆਂ ਦਾ ਨਾ ਖੁਦਾ ਦਾ, ਕਿ ਉਹ ਪਾਪ ਨਾ ਜਾਪੇ ਪੁੰਨ ਬਣ ਜਾਏ। ਕਬੀਰ ਜੀ ਕਹਿੰਦੇ ਨੇ, ਮੈਂ ਕਾਬੇ ਲਈ ਗਿਆ। ਕਬੀਰ ਹੱਜ ਕਾਬੇ ਹੋਂ ਜਾਏ ਥਾ। ਜਾ ਰਿਹਾ ਸਾਂ ਕਿ ਰਸਤੇ ਵਿੱਚ ਹੀ ਰੱਬ ਮਿਲ ਗਿਆ, ਆਗੇ ਮਿਲਿਆ ਖੁਦਾਏ। ਇਹ ਉਹਨਾਂ ਨੇ ਇੱਕ ਵਿਅੰਗ ਕੀਤਾ ਹੈ। ਕਬੀਰ ਜੀ ਤੋਂ ਤਾਂ ਖੁਦਾ ਕਦੀ ਵੀ ਦੂਰ ਨਹੀਂ ਸੀ। ਆਗੇ ਮਿਲਿਆ ਖੁਦਾਏ ਤੇ ਉਸ ਨੂੰ ਪ੍ਰਸੰਨ ਹੋਣਾ ਚਾਹੀਦਾ ਸੀ। ਜੇ ਮੇਰਾ ਕਰਮ ਠੀਕ ਸੀ ਕਿ ਮੈਂ ਉਸ ਦੇ ਘਰ ਵੱਲ ਜਾ ਰਿਹਾ ਸਾਂ ਤੇ ਜਾ ਵੀ ਸਿਰ ਝੁਕਾਉਣ ਲਈ, ਪਰਿਕਰਮਾ ਕਰਨ ਲਈ, ਉਸ ਦੀ ਪ੍ਰਸੰਨਤਾ ਲਈ ਰਿਹਾ ਸਾਂ, ਤਾਂ ਖੁਦਾ ਪ੍ਰਸੰਨ ਹੁੰਦਾ। ਪਰ ਕਬੀਰ ਜੀ ਨੇ ਜੋ ਲਿਖਿਆ ਉਹ ਹੈਰਾਨ ਕਰ ਦੇਣ ਵਾਲਾ ਹੈ। ਉਹ ਕਹਿੰਦੇ ਨੇ, ਜਾ ਰਿਹਾ ਸਾਂ ਕਿ ਅੱਗੇ ਮੈਨੂੰ ਖੁਦਾ ਮਿਲ ਪਿਆ ਤੇ ਮਿਲਦਿਆਂ ਹੀ ਮੇਰੇ ਨਾਲ ਲੜ ਪਿਆ। ਇਹ ਬਚਨ ਵੀ ਕਬੀਰ ਜੀ ਵਰਗੇ ਵਿਅਕਤੀ ਹੀ ਆਖ ਸਕਦੇ ਹਨ। ਸਾਈਂ ਮੁਝ ਸਿਉ ਲੜ ਪਰਿਆ,
ਖੁਦਾ ਮੇਰੇ ਨਾਲ ਲੜ ਪਿਆ। ਤੇ ਲੜਿਆ ਕਿਉਂ? ਖੁਦਾ ਆਖਣ ਲੱਗਾ, ਉਹ ਕਬੀਰ, ਮੈਨੂੰ ਇਹ ਦੱਸ, ਤੁਝੇ ਕਿਨ ਫਰਮਾਈ ਗਾਏ? ਇਹ ਮੇਰੇ ਘਰ ਦਾ ਨਾਂ ਲੈ ਕੇ ਯਾਤਰਾ ਕਰਨ ਜਾਣ ਵਾਲਿਆ, ਹੱਜ ਤੇਰਾ ਪੂਰਾ ਤਾਂ ਹੋਣਾ ਜਿਹੜੀ ਰੀਤੀ ਬਣਾਈ ਗਈ ਹੈ ਉਹਦੇ ਮੁਤਾਬਕ ਤੂੰ ਬਲੀ ਦੇਣੀ ਹੈ, ਕੁਰਬਾਨੀ ਦੇਣੀ ਹੈ। ਤੇ ਗਊ ਨੂੰ ਮਾਰੇਗਾ, ਤੁਝੇ ਕਿਨ ਫਰਮਾਈ ਗਾਏ? ਗਾਂ ਆਦਿਕ, ਗਾਂ ਹੋਵੇ, ਦੁੰਬਾ ਹੋਵੇ, ਬੱਕਰਾ ਹੋਵੇ, ਕੁਝ ਹੋਵੇ, ਅਕਸਰ ਤੂੰ ਕਿਸੇ ਨੂੰ ਕਤਲ ਕਰੇਗਾ ਜਾ ਕੇ, ਉਹ ਵੀ ਮੇਰੇ ਨਾਂ ਹੇਠ, ਕਿ ਮੇਰੀ ਪ੍ਰਸੰਨਤਾ ਲੈਣ ਲਈ। ਮੈਂ ਤੈਨੂੰ ਕਦ ਆਖਿਆ? ਤੂੰ ਮੈਨੂੰ ਇਹ ਦੱਸ, ਤੈਨੂੰ ਕਹਿੰਦਾ ਕੌਣ ਹੈ? ਤੁਝੇ ਕਿਨ ਫਰਮਾਈ ਗਾਏ? ਤੈਨੂੰ ਕਿਸ ਨੇ ਆਖ ਦਿੱਤਾ ਹੈ ਕਿ ਗਊ ਨੂੰ ਮਾਰੇਗਾ ਤਾਂ ਮੈਂ ਪ੍ਰਸੰਨ ਹੋ ਜਾਵਾਂਗਾ, ਉਸ ਕੁਰਬਾਨੀ ਤੇ ਮੇਰੀ ਖੁਸ਼ੀ ਤੈਨੂੰ ਮਿਲੇਗੀ? ਉਹ ਭਲਿਆ, ਇਹ ਹੱਜ ਨਹੀਂ। ਦੇਖ, ਇਹ ਤੈਨੂੰ ਗਲਤ ਪ੍ਰਾਪੇਗੰਡਾ ਕਰਕੇ ਗਲਤ ਸਮਝਾਇਆ ਗਿਆ ਹੈ। ਕਬੀਰ ਜੀ ਨੇ ਇਸੇ ਲਈ ਆਖਿਆ ਹੈ, ਬੜਾ ਵੱਡਾ ਐਲਾਨ ਸੀ ਉਹਨਾਂ ਦਾ। ਉਹ ਆਖਣ ਲੱਗੇ, ਹਮਰਾ ਝਗੜਾ ਰਹਾ ਨਾ ਕੋਊ, ਪੰਡਿਤ ਮੁੱਲਾ ਛਾਡੇ ਦੋ। ਮੇਰਾ ਕਿਸੇ ਨਾਲ ਕੋਈ ਝਗੜਾ ਨਹੀਂ, ਵੈਰ ਵਿਰੋਧ ਨਹੀਂ। ਇਹ ਝਗੜਾ ਪਵਾਉਣ ਵਾਲੀਆਂ ਦੋ ਸ਼੍ਰੇਣੀਆਂ ਨੇ। ਆਪਣੇ ਆਪਣੇ ਮਜ਼ਹਬ ਦੇ ਪੁਜਾਰੀ ਆਪਣੀ ਆਪਣੀ ਗੱਲ ਸਹੀ ਦੱਸ ਕੇ ਦੂਜੇ ਦਾ ਖੰਡਨ ਕਰਕੇ, ਆਪਣਾ ਮੰਡਨ ਕਰਕੇ ਲੋਕਾਂ ਨੂੰ ਲੜਾ ਰਹੇ ਨੇ। ਮੈਂ ਦੋਵੇਂ ਛੱਡ ਦਿੱਤੇ। ਨਾ ਮੈਂ ਪੰਡਿਤ ਦੇ ਪਿੱਛੇ ਲੱਗਦਾ ਹਾਂ ਕਿ ਮੈਨੂੰ ਭਰਮ ਵਿੱਚ ਪਾਵੇ, ਨਾ ਮੈਂ ਮੁੱਲਾਂ ਦੇ ਪਿੱਛੇ ਲੱਗਦਾ। ਬੁੱਲੇ ਨੇ ਵੀ ਆਖਿਆ, ਉਹ ਆਖਣ ਲੱਗਾ, ਮੁੱਲਾ ਖੁਦ ਹਨੇਰੇ ਵਿੱਚ ਜਾ ਰਿਹਾ ਹੈ। ਬੁੱਲਿਆ, ਮੁੱਲਾਂ ਅਤੇ ਮਸ਼ਾਲ 'ਚ ਹੀ ਕੈਸੀ ਮਿਸਾਲ ਖੋਜੀ ਉਹਨਾਂ ਨੇ। ਮਸ਼ਾਲ ਜਲਾ ਕੇ ਅੱਗੇ ਅੱਗੇ ਕਾਫਲੇ ਦੇ ਚੱਲਣ ਵਾਲਾ ਮਸ਼ਾਲ 'ਚ ਲੋਕਾਂ ਨੂੰ ਤੇ ਚਾਨਣ ਦਿੰਦਾ ਹੈ। ਜੋ ਪਿੱਛੇ ਆ ਰਹੇ ਨੇ ਉਹਨਾਂ ਨੂੰ ਰਾਹ ਦਿਸਦਾ ਹੈ। ਇਸ ਨੇ ਮੋਢੇ ਤੇ ਮਸ਼ਾਲ ਚੁੱਕੀ ਹੋਈ ਹੈ, ਆਪਣੇ ਪੈਰਾਂ ਤੱਕ ਚਾਨਣ ਨਹੀਂ ਜਾਂਦਾ, ਆਪਣੇ ਕਦਮ ਹਨੇਰੇ ਵਿੱਚ ਨੇ। ਬੁੱਲੇ ਨੇ ਆਖਿਆ, ਮੈਂ ਦੇਖਣਾ ਬਾਹਰ ਦੇ ਸੰਸਾਰ ਵਿੱਚ ਰਾਹ 'ਚ ਚਾਨਣ ਬਖੇਰਨ ਦਾ ਦਾਅਵਾ ਕਰਨ ਵਾਲਾ ਮਸ਼ਾਲ 'ਚ ਹੀ ਆਪ ਹਨੇਰੇ ਵਿੱਚ ਹੈ। ਧਰਮ ਦੀ ਦੁਨੀਆ ਵਿੱਚ ਚਾਨਣ ਦਾ ਦਾਅਵਾ ਕਰਨ ਵਾਲਾ ਕਿ ਮੈਂ ਚਾਨਣ ਵੰਡਣਾ, ਉਹ ਮੁੱਲਾ ਖੁਦ ਹਨੇਰੇ ਵਿੱਚ ਹੈ। ਬੁੱਲਾ ਮੁੱਲਾਂ ਅਤੇ ਮਸ਼ਾਲ 'ਚ ਦੋਹਾਂ ਇੱਕੋ ਚਿੱਤ, ਲੋਕਾਂ ਕਰਦੇ ਚਾਨਣਾ, ਆਪ ਹਨੇਰੇ ਵਿੱਚ ਹੀ ਤੁਰ ਰਹੇ ਨੇ। ਕਬੀਰ ਜੀ ਨੇ ਆਖਿਆ, ਨਾ ਮੈਂ ਪੰਡਿਤ ਦੇ ਪਿੱਛੇ ਲੱਗਾ, ਨਾ ਮੈਂ ਮੁੱਲਾਂ ਦੇ ਪਿੱਛੇ ਲੱਗਾ। ਉਹਨਾਂ ਦਾ ਭਾਵ ਇਹ ਸੀ ਕਿ ਮੈਨੂੰ ਧਰਮ ਦੇ ਨਾਂ ਤੇ ਭਰਮ ਵਿੱਚ ਨਾ ਕੋਈ ਪਾ ਸਕੇਗਾ। ਹਮਰਾ ਝਗੜਾ ਰਹਾ ਨਾ ਕੋਊ, ਪੰਡਿਤ ਮੁੱਲਾਂ ਛਾਡੇ ਦੋ। ਪੰਡਿਤ ਮੁੱਲਾਂ ਜੋ ਲਿਖ ਦਿਆ, ਛਾੜ ਚੱਲੇ ਹਮ ਕਛੂ ਨਾ ਲਿਆ। ਇਹ ਦੋਵੇਂ ਜੋ ਕੁਝ ਲਿਖ ਕੇ ਸਮਝਾ ਰਹੇ ਹਨ, ਮੈਂ ਛੱਡ ਦਿੱਤਾ ਹੈ। ਕਿਸੇ ਨਾਲ ਮੇਰਾ ਕੋਈ ਵਾਦ ਵਿਵਾਦ ਨਹੀਂ। ਮੈਂ ਇਹਨਾਂ ਦੇ ਝਗੜਿਆਂ ਵਿੱਚ ਪੈਂਦਾ ਹੀ ਨਹੀਂ। ਬਿਲਕੁਲ ਪਾਸੇ ਹੋ ਗਿਆ। ਪ੍ਰਭਾਤੀ ਰਾਗ ਅੰਦਰ ਕਬੀਰ ਜੀ ਨੇ ਆਖਿਆ, ਮੈਨੂੰ ਇਹ ਦੱਸੋ, ਅੱਲਾਹ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ। ਜੇ ਖੁਦਾ ਕੇਵਲ ਇੱਕ ਤੁਹਾਡੇ ਬਣਾਏ ਧਰਮ ਮੰਦਰ ਮਸੀਤ ਵਿੱਚ ਹੀ ਵਸਦਾ ਹੈ, ਤੇ ਬਾਕੀ ਥਾਂ ਤੇ ਕੌਣ ਹੈ? ਹਿੰਦੂ ਮੂਰਤ ਨਾਮ ਨਿਵਾਸੀ, ਦੋਹ ਮਹਿ ਤਤ ਨਾ ਹੇਰਾ। ਕਬੀਰ ਜੀ ਆਖਦੇ ਨੇ, ਅਸਲੀਅਤ ਤੋਂ ਪਰੇ ਪਰੇ ਦੁਨੀਆ ਫਿਰ ਰਹੀ ਹੈ। ਦੱਖਣ ਦੇਸ ਹਰੀ ਕਾ ਬਾਸਾ, ਪੱਛਮ ਅੱਲਾਹ ਮੁਕਾਮਾ। ਪਰ ਕਬੀਰ ਜੀ ਆਖਣ ਲੱਗੇ, ਜੇ ਮੇਰੀ ਸੁਣੋ, ਦਿਲ ਮਹਿ ਖੋਜ, ਦਿਲ ਹੈ ਦਿਲ ਖੋਜੋ, ਇਹੀ ਠੌਰ ਮੁਕਾਮਾ।
ਅਸਲੀ ਟਿਕਾਣਾ ਪਰਮਾਤਮਾ ਦਾ ਹੈ। ਆਪਣੇ ਦਿਲ ਅੰਦਰ ਤਲਾਸ਼ ਕਰ, ਉਸ ਨੂੰ ਅੰਦਰੋਂ ਖੋਜ। ਇਹ ਕਿਵੇਂ ਹੋ ਸਕਦਾ ਹੈ ਕਿ ਪਰਮਾਤਮਾ ਦੇ 11 ਮਹੀਨੇ ਪਵਿੱਤਰ ਨਹੀਂ ਤੇ ਇੱਕ ਪਵਿੱਤਰ ਹੈ? ਬ੍ਰਹਮਨ ਗਿਆਸ ਕਰੇ 24। ਉਹ 24-11 ਇਕਾਦਸ਼ੀਆਂ ਇਹ ਮੰਨਦਾ ਹੈ। ਕਾਜੀ ਮਹਿ ਰਮਜ਼ਾਨਾ 11 ਮਾਸ ਪਾਸ ਕਹਿ ਰਾਖੈ ਏਕ ਮਾਹ ਨਿਧਾਨਾ। ਕਹਾਂ ਉਡੀਸੇ ਮੱਜਨ ਕੀਆ, ਜਗन्नाथपुरी ਜਾ ਕੇ ਇਸ਼ਨਾਨ ਕਰ ਆਇਆ। ਜਾਂ ਕਿਆ ਮਸੀਤ ਸਿਰ ਨਾਏ, ਦਿਲ ਮਹਿ ਕਪਟ ਨਿਵਾਸ ਗੁਜ਼ਾਰੇ, ਕਿਆ ਹਜ ਕਾਬੇ ਜਾਏ। ਦਿਲ ਨੂੰ ਸਾਫ਼ ਕਰ ਮਿੱਤਰਾ, ਜੇ ਖੁਦਾ ਦੀ ਪ੍ਰਸੰਨਤਾ ਲੈਣੀ ਹੈ। ਕਬੀਰ ਜੀ ਕਹਿੰਦੇ ਨੇ ਖੁਦਾ ਮੇਰੇ ਨਾਲ ਤਾਂ ਲੜ ਹੀ ਪਿਆ। ਆਖਣ ਲੱਗਾ ਤੈਨੂੰ ਕਿਸ ਨੇ ਆਖਿਆ ਕਿ ਮੇਰੇ ਨਾਂ ਤੇ ਤੂੰ ਜੀਵ ਵੱਧ ਕਰ, ਕਿ ਗਊ ਦੀ ਹੱਤਿਆ ਕਰਕੇ ਦੁੰਬਾ ਮਾਰ, ਤੁਝਾ ਕਿਨ ਫਰਮਾਈ ਗਾਏ। ਕਬੀਰ ਜੀ ਖੰਡਨ ਕਰ ਰਹੇ ਹਨ। ਉਹ ਕਹਿੰਦੇ ਨੇ ਮੈਂ ਮਾਰ ਜਿਹੜੀ ਮਾਰਨ ਵਾਲੀ ਹੈ, ਆਪਣੀ ਮੈਂ ਮਾਰ ਲੈ, ਮਾਲਕ ਮਿਲ ਜਾਏਗਾ। ਇਸ ਤੋਂ ਅਗਲੇ ਸ਼ਲੋਕ ਵਿੱਚ ਉਹਨਾਂ ਫਰਮਾਇਆ, ਕਬੀਰ ਹਜ ਕਾਬੇ ਹੋਏ ਹੋਏ ਗਿਆ, ਕੇਤੀ ਬਾਰ ਕਬੀਰ। ਇੱਕ ਵਾਰ, 2 ਵਾਰ, 4 ਵਾਰ ਨਹੀਂ, ਕੇਤੀ ਬਾਰ। ਕਿਸੇ ਇੱਕ ਵਾਰੀ ਹਜ ਕਰਨ ਵਾਲੇ ਦਾ ਜ਼ਿਕਰ ਨਹੀਂ, ਕਈ ਵਾਰੀ ਕਾਬੇ ਦੀ ਜ਼ਿਆਰਤ ਕਰ ਆਇਆ। ਕਬੀਰ ਹਜ ਕਾਬੇ ਹੋਏ ਹੋਏ ਗਿਆ, ਕੇਤੀ ਬਾਰ ਕਬੀਰ। ਮੁਲਾਕਾਤ ਖੁਦਾ ਨਾਲ ਫਿਰ ਵੀ ਨਾ ਹੋਈ। ਜੇ ਮਨੁੱਖ ਘਰ ਬੈਠਿਆਂ ਖੁਦਾ ਨੂੰ ਹਾਜ਼ਰ ਜਾਣ ਕੇ ਬਦਲ ਗਿਆ ਹੈ, ਉਸ ਦੀ ਜ਼ਿਆਰਤ ਹੋ ਗਈ। ਉਹ ਖੁਦਾ ਨੂੰ ਨੇੜੇ ਜਾਣਦਾ ਹੈ। ਕੋਈ ਗੁਨਾਹ ਉਸ ਦੇ ਜੀਵਨ ਵਿੱਚ ਨਹੀਂ ਹੋਵੇਗਾ। ਸਰਬੱਤ ਦਾ ਭਲਾ ਚਾਹੁਣ ਵਾਲਾ ਹੋਵੇਗਾ, ਪਰਉਪਕਾਰੀ ਹੋਵੇਗਾ। ਜੇ ਹਜ ਕਰਨ ਤੋਂ ਬਾਅਦ ਵੀ ਤੂੰ ਬਦਲਿਆ ਨਹੀਂ, ਤੇਰੇ ਹਜ ਦਾ ਅਰਥ ਕੀ ਹੈ? ਤੀਰਥ ਯਾਤਰਾ ਕਰਕੇ ਵੀ ਕੰਮ ਤੇਰੇ ਉਹੀ ਸਾਕਤਾਂ ਵਾਲੇ ਨੇ, ਤੇਰੀ ਤੀਰਥ ਯਾਤਰਾ ਦੇ ਕੋਈ ਮਾਇਨੇ ਨਹੀਂ। ਕਬੀਰ ਜੀ ਕਹਿੰਦੇ ਨੇ ਕਈ ਵਾਰੀ ਹਜ ਕਰ ਲਿਆ, ਜ਼ਿਆਰਤ ਕਰ ਆਇਆ ਕਾਬੇ ਦੀ, ਪਰ ਖੁਦਾ ਮੇਰੇ ਨਾਲ ਬੋਲਿਆ ਹੀ ਨਾ। ਸਾਈਂ ਮੁਝ ਮੈਂ ਕਿਆ ਖਤਾ, ਮੁਖੋਂ ਨਾ ਬੋਲੇ ਪੀਰ। ਖੁਦਾ ਨਾਲ ਕੋਈ ਗੱਲਬਾਤ ਹੀ ਨਾ ਹੋਈ ਤੇ ਮੇਰੇ ਅੰਦਰੋਂ ਸੁਭਾਵਕ ਸੀ ਇਹ ਸਵਾਲ ਉੱਠਦਾ। ਸਾਰੇ ਲੋਕ ਆਖ ਰਹੇ ਨੇ ਕਿ ਇਹ ਤੇਰਾ ਘਰ ਹੈ, ਮੈਂ ਤੇਰੇ ਘਰ ਵੀ ਆਇਆ। ਜੋ ਮੈਨੂੰ ਤੇਰੇ ਪੁਜਾਰੀਆਂ ਨੇ ਰਹੁ ਰੀਤੀ ਦੱਸੀ ਉਹ ਵੀ ਕੀਤੀ, ਇੱਕ ਵਾਰੀ ਨਹੀਂ ਕਈ ਵਾਰੀ ਕੀਤੀ। ਮੈਂ ਹਜ ਵੀ ਕੀਤਾ, ਕੁਰਬਾਨੀਆਂ ਵੀ ਦਿੱਤੀਆਂ, ਪਰ ਗੱਲ ਕੀ ਹੈ? ਮੇਰੇ ਅੰਦਰ ਦੋਸ਼ ਕੀ ਹੈ? ਮੇਰੀ ਖਤਾ ਕੀ ਹੈ ਕਿ ਤੂੰ ਮੇਰੇ ਨਾਲ ਗੱਲ ਹੀ ਨਹੀਂ ਕਰਦਾ? ਸਾਈਂ ਮੁਝ ਮੈਂ ਕਿਆ ਖਤਾ, ਮੁਖੋਂ ਨਾ ਬੋਲੇ ਪੀਰ। ਤੂੰ ਮੇਰੇ ਨਾਲ, ਮੇਰੇ ਮਾਲਕ ਪੀਰ, ਗੱਲ ਹੀ ਨਹੀਂ ਕਰਦਾ। ਮਤਲਬ ਪਰਮਾਤਮਾ ਨਾਲ ਕੋਈ ਸੰਬੰਧ ਹੀ ਨਾ ਬਣਿਆ। ਲੰਮੀਆਂ ਯਾਤਰਾਵਾਂ ਵੀ ਕਰ ਆਇਆ, ਜੀਵਾਂ ਦੀਆਂ ਬਲੀਆਂ ਵੀ ਦਿੱਤੀਆਂ, ਲੇਕਿਨ ਖੁਦਾ ਦੀ ਨੇੜਤਾ ਫਿਰ ਵੀ ਨਸੀਬ ਨਾ ਹੋਈ। ਪਰਮਾਤਮਾ ਨਾਲ ਕੋਈ ਗੱਲਬਾਤ ਨਾ ਹੋਈ। ਹੁਣ ਕਬੀਰ ਜੀ ਕਹਿੰਦੇ ਨੇ ਖਤਾ ਕੀ ਹੈ ਇਹ ਵੀ ਸਮਝ ਲੈ। ਅੰਦਰੋਂ ਹੀ ਆਵਾਜ਼ ਆਉਂਦੀ ਹੈ, ਕਬੀਰ ਜੀ ਜੋ ਮਾਰ ਹੈ ਜ਼ੋਰ ਕਰ, ਕਹਤੇ ਹੈ ਜੋ ਹਲਾਲ, ਦਫਤਰ ਦਈ ਜਬ ਕਾਢ ਹੈ, ਹੋਏਗਾ ਕੌਣ ਹਵਾਲ। ਕਬੀਰ ਜੀ ਕਹਿੰਦੇ ਨੇ ਭਲਿਓ ਲੋਕੋ, ਤੁਸੀਂ ਜੀਵਾਂ ਨੂੰ ਜ਼ੋਰ ਨਾਲ, ਧੱਕੇ ਨਾਲ ਮਾਰਦੇ ਹੋ। ਆਪਣੇ ਚਸਕੇ ਲਈ ਆਖੋ ਮਾਰਨੇ, ਅਸੀਂ ਖਾਣਾ, ਇਹ ਮਾਸ ਖਾਣਾ, ਤਾਂ ਗੱਲ ਸਮਝ ਵਿੱਚ ਆਉਂਦੀ ਹੈ। ਤੁਸੀਂ ਖੁਦ ਕਹਿ ਰਹੇ ਹੋ ਕਿ ਮੈਂ ਇਸ ਲਈ ਮਾਰ ਰਿਹਾ। ਨਾ ਖੁਦਾ ਦਾ ਸਵਾਦ ਚਸਕਾ ਆਪਣਾ,
ਇਹ ਕਰ ਕੀ ਰਹੇ ਹੋ? ਕੋਈ ਦੇਵੀ ਦੇਵਤਿਆਂ ਦੇ ਨਾਂ ਤੇ ਮਾਰੀ ਜਾਂਦਾ ਹੈ, ਬਲੀ ਦੇ ਰਹੇ ਹਾਂ। ਫਿਰ ਪੁਜਾਰੀ ਦੱਸਦੇ ਨੇ ਬੱਕਰਾ ਇਸ ਤਰ੍ਹਾਂ ਦਾ ਹੋਵੇ, ਕਾਲਾ ਹੋਵੇ, ਇੰਨਾ ਚਿਰ ਉਸ ਨੂੰ ਖੁੱਲ੍ਹਾ ਛੱਡ ਦਿਓ, ਉਸ 'ਤੇ ਨਿਸ਼ਾਨੀ ਹੋਵੇ ਕਿ ਇਹ ਦੇਵੀ ਲਈ ਛੱਡਿਆ ਗਿਆ ਹੈ, ਤਾਂ ਕਿ ਲੋਕਾਂ ਦੀਆਂ ਚੰਗੀਆਂ ਫਸਲਾਂ ਵੀ ਖਾਵੇ ਤੇ ਕੋਈ ਰੋਕੇ ਨਾ, ਉਸ ਨੂੰ ਕੋਈ ਕੁਝ ਕਹੇ ਨਾ, ਚੰਗਾ ਪਲ ਜਾਏ। ਪੁਜਾਰੀ ਨੇ ਜੋ ਖਾਣਾ ਹੋਇਆ ਬਲੀ ਦੇ ਕੇ। ਇਹ ਕੈਸੀ ਰੀਤੀ ਹੈ? ਬਹੁਤ ਵੱਡੀ ਕੁਰੀਤੀ ਨੂੰ ਇਹ ਧਰਮ ਦੀ ਰੀਤੀ ਆਖ ਰਿਹਾ ਹੈ। ਕਬੀਰ ਜੀ ਕਹਿੰਦੇ ਨੇ ਇਹ ਪਾਖੰਡ ਹੈ, ਕਿਉਂਕਿ ਦੇਣੀ ਹੈ ਬਲੀ। ਪੁਜਾਰੀ ਨੇ ਰੀਤੀ ਬਣਾ ਦਿੱਤੀ ਕਿ ਗਾਨਾ ਬੰਨ ਦੇਈ, ਕਾਲਾ ਬੱਕਰਾ ਛੱਡ ਦੇਣਾ, ਇੰਨਾ ਸਮਾਂ ਉਹ ਖੁੱਲ੍ਹਾ ਫਿਰੇ, ਲੋਕਾਂ ਦੀਆਂ ਫਸਲਾਂ ਖੁੱਲ੍ਹੇ ਦਿਲ ਨਾਲ ਚਰੇ। ਬਾਅਦ ਵਿੱਚ ਬਲੀ ਦੇਣੀ ਹੈ, ਫਿਰ ਹਿੱਸੇ ਵੰਡੇ ਜਾਂਦੇ ਸਨ। ਕਿਹੜਾ ਹਿੱਸਾ ਕਿਸ ਪੁਜਾਰੀ ਦੇ ਹਿੱਸੇ ਵਿੱਚ ਆਉਣਾ? ਧਰਮ ਦੇ ਨਾਂ 'ਤੇ ਜੀਵਾਂ ਨੂੰ ਮਾਰ ਕੇ ਉਹਨਾਂ ਨੂੰ ਖਾਣਾ, ਨਾਮ ਖੁਦਾ ਦਾ ਦੇਣਾ ਜਾਂ ਦੇਵੀ ਦੇਵਤਿਆਂ ਦਾ ਦੇਣਾ, ਇਹ ਤਾਂ ਕੋਈ ਧਰਮ ਨਹੀਂ। ਕਬੀਰ ਸਾਹਿਬ ਨੇ ਇਸ ਨੂੰ ਹਰਗਿਜ਼ ਪ੍ਰਸੰਨ ਹੋਣ ਦਾ ਸਾਧਨ ਨਹੀਂ ਮੰਨਿਆ, ਇਸ ਨੂੰ ਕਬੂਲ ਨਹੀਂ ਕੀਤਾ। ਇਹੀ ਗੱਲ ਕੁਰਬਾਨੀ ਦੇਣ ਵਾਲੇ ਵੀ ਕਰਦੇ ਸਨ। ਖੁਦਾ ਦੇ ਨਾਂ ਤੇ ਜ਼ਿਬਾ ਕਰ ਰਿਹਾ, ਖਾਣਾ ਆਪ ਹੈ, ਖੁਦਾ ਤਾਂ ਖਾਣ ਕਦੀ ਆਇਆ ਨਹੀਂ, ਤੂੰ ਆਖ ਮੈਂ ਖਾਣਾ। ਕਬੀਰ ਜੀ ਕਹਿੰਦੇ ਨੇ, ਕਬੀਰ ਜੀ ਜੋ ਮਾਰ ਹੈ ਜ਼ੋਰ ਕਰ, ਜ਼ੋਰ ਕਰਕੇ ਧੱਕੇ ਨਾਲ, ਜੀ ਜੋ ਮਾਰ ਹੈ ਜ਼ੋਰ ਕਰ, ਕਹਤੇ ਹੈ ਜੋ ਹਲਾਲ, ਤੇ ਉਹਨੂੰ ਨਾਮ ਦਿੰਦੇ ਹਨ ਹਲਾਲ ਦਾ ਕਿ ਪਵਿੱਤਰ ਹੋ ਗਿਆ, ਖੁਦਾ ਦੇ ਨਾਮ ਤੇ ਜੋ ਕਤਲ ਕੀਤਾ ਗਿਆ ਹੈ। ਕਬੀਰ ਜੀ ਕਹਿੰਦੇ ਨੇ, ਇੱਕ ਗੱਲ ਚੇਤੇ ਰੱਖੀ, ਖੁਦਾ ਦੇ ਦਰ ਤੇ ਨਾ ਕਿਸੇ ਦੀ ਸਿਫਾਰਿਸ਼ ਚੱਲਦੀ ਹੈ, ਨਾ ਕਿਸੇ ਦਾ ਪੱਖਪਾਤ ਕੀਤਾ ਜਾਂਦਾ ਹੈ। ਉੱਥੇ ਸੱਚ ਨਿਬੜਨਾ ਹੀ। ਦਫ਼ਤਰ ਦਈ ਜਬ ਕਾਢ ਹੈ, ਹੋਏਗਾ ਕੌਣ ਹਵਾਲ। ਉਹ ਪ੍ਰੇਮ ਦਾ ਸੋਮਾ ਮਾਲਕ ਜਿਸ ਵੇਲੇ ਦਫ਼ਤਰ ਵਿੱਚ ਤੇਰਾ ਹਿਸਾਬ ਕਰੇਗਾ ਨਾ, ਤੇ ਉਹ ਪੁੱਛੇਗਾ ਤੈਨੂੰ ਜ਼ਰੂਰ, ਮੇਰੇ ਨਾਮ ਤੇ ਆਪਣੇ ਚਸਕੇ ਪੂਰੇ ਕਰਦਾ ਰਹੋ। ਦਈ ਦਾ ਅਰਥ ਤਾਂ ਹੈ ਉਹ ਦਇਆ ਕਰਨ ਵਾਲਾ ਹੈ। ਉਹ ਕਿਵੇਂ ਮੰਨ ਸਕਦਾ ਹੈ ਕਿ ਤੂੰ ਕਿਸੇ ਪਸ਼ੂ ਨੂੰ ਜ਼ਿਬਾ ਕਰੇ ਤੇ ਉਹ ਉਸ ਦੇ ਖੂਨ ਵਿੱਚ ਤੇਰੇ ਪਾਪ ਧੋ ਦੇਵੇ? ਉਹ ਤਾਂ ਉਸ ਪਸ਼ੂ ਨੂੰ ਵੀ ਪਿਆਰ ਕਰਦਾ ਸੀ। ਇਹ ਕੁਰਬਾਨੀ ਤੂੰ ਖੁਦਾ ਲਈ ਕਰ ਰਿਹਾ ਹੈ, ਤੈਨੂੰ ਹਿਸਾਬ ਦੇਣਾ ਪਏਗਾ, ਉੱਥੇ ਲੇਖਾ ਹੋਣਾ। ਦਫ਼ਤਰ ਦਈ ਜਬ ਕਾਢ ਹੈ, ਹੋਏਗਾ ਕੌਣ ਹਵਾਲ। ਉਸ ਵੇਲੇ ਕੀ ਹਾਲ ਹੋਵੇਗਾ ਕਦੀ ਸੋਚਿਆ ਹੈ? ਹੁਣ ਕਬੀਰ ਜੀ ਇਸ ਪੱਖ ਨੂੰ ਹੋਰ ਸਪਸ਼ਟ ਕਰਦੇ ਨੇ। ਉਹ ਕਹਿੰਦੇ ਨੇ, ਸੁਣ ਕਬੀਰ, ਜ਼ੋਰ ਕੀਆ ਸੋ ਜ਼ੁਲਮ ਹੈ। ਧੱਕਾ ਕਿਸੇ ਨਾਲ ਵੀ ਤੂੰ ਕਰਦਾ ਹੈ, ਉਹ ਗੁਨਾਹ ਹੈ, ਉਹ ਪਾਪ ਹੈ, ਉਹ ਜ਼ੁਲਮ ਹੈ। ਜ਼ੁਲਮ ਕਮਾ ਕੇ ਤੂੰ ਜ਼ਾਲਮ ਬਣ ਰਿਹਾ ਹੈ, ਧਰਮੀ ਨਹੀਂ। ਲੈ ਜਵਾਬ ਖੁਦਾਏ, ਤੇ ਖੁਦਾ ਨੇ ਤੇਰੇ ਪਾਸੋਂ ਮਿੱਤਰਾ ਜਵਾਬ ਵੀ ਮੰਗਣਾ ਹੈ। ਜਵਾਬ ਕੀ ਦੇਵੇਂਗਾ ਕਿ ਤੇਰੇ ਲਈ ਇਸ ਜੀਵ ਨੂੰ ਮੈਂ ਧੱਕਾ ਕਰਕੇ ਮਾਰਿਆ ਸੀ? ਉਹ ਆਖੇਗਾ ਮੈਂ ਤਾਂ ਤੈਨੂੰ ਆਖਿਆ ਹੀ ਨਹੀਂ, ਮੈਨੂੰ ਤਾਂ ਕੋਈ ਸ਼ੌਕ ਨਹੀਂ ਕਿ ਮੈਂ ਗਾਂ ਦਾ ਮਾਸ ਖਾਣਾ ਹੈ ਕਿ ਦੁੰਬੇ ਦਾ ਖਾਣਾ ਹੈ ਕਿ ਬੱਕਰਾ ਖਾਣਾ ਹੈ। ਇਹ ਧੱਕਾ ਤੂੰ ਕੀਤਾ ਹੈ ਤੇ ਹਿਸਾਬ ਤੂੰ ਦੇਣਾ ਹੀ। ਕਬੀਰ ਜ਼ੋਰ ਕੀਆ ਸੋ ਜ਼ੁਲਮ ਹੈ, ਲੈ ਜਵਾਬ ਖੁਦਾਏ। ਖੁਦਾ ਨੇ ਜਵਾਬ ਤੇਰੇ ਪਾਸੋਂ ਮੰਗਣਾ ਹਰ ਹਾਲਤ। ਦਫ਼ਤਰ ਲੇਖਾ ਨੀਕ ਸੈ, ਮਾਰ ਮੋਹ ਮੋਹ ਖਾਏ। ਉਸ ਦਫ਼ਤਰ ਦੇ ਅੰਦਰ ਪਰਮਾਤਮਾ ਦੀ ਦਰਗਾਹ ਵਿੱਚ ਦਫ਼ਤਰ ਲੇਖਾ ਨੀਕ ਸੈ। ਖਿਆਲ ਰੱਖ, ਉੱਥੇ ਤਾਂ ਤੇਰੇ ਸਭ ਵਰਕੇ ਲਿਖੇ ਗਏ
ਹਨ ਜੋ ਤੇਰੇ ਕਰਮਾਂ ਦੇ, ਜੋ ਤੂੰ ਕਰਦਾ ਹੈ। ਇੱਕ ਇੱਕ ਕਰਮ ਦਾ ਹਿਸਾਬ ਹੋਵੇਗਾ, ਉਹਨੇ ਲੇਖਾ ਮੰਗਣਾ ਹੈ। ਜਦੋਂ ਉਹ ਬਾਕੀ ਨਿਕਲਦੀ ਏ ਤੇ ਮਾਰ ਮੋਹੇ ਮੋਹੇ ਖਾਏ, ਫਿਰ ਤਾਂ ਸਜ਼ਾ ਭੋਗਣੀ ਪਏਗੀ। ਮੂੰਹ ਤੇ ਪੈਣਗੀਆਂ, ਮੁੜ ਮੁੜ ਮੂੰਹ ਤੇ ਪੈਣਗੀਆਂ। ਕੀ ਨਤੀਜਾ ਨਿਕਲਿਆ? ਤੂੰ ਸੋਚਦਾ ਸੈਂ ਧਰਮ ਕਮਾ ਰਿਹਾ ਹੈ, ਕਮਾਏ ਕੁਕਰਮ। ਲੇਖਾ ਦੇਣਾ ਵੀ ਔਖਾ ਹੋ ਗਿਆ। ਇਸ ਨੂੰ ਧਰਮ ਮੈਂ ਕਿਵੇਂ ਮੰਨ ਲਵਾਂ? ਕਬੀਰ ਜੋਰ ਕੀਆ ਸੋ ਜ਼ੁਲਮ ਹੈ, ਲੈ ਜਵਾਬ ਖੁਦਾਏ। ਦਫ਼ਤਰ ਲੇਖਾ ਨੀਕ ਸੈ, ਮਾਰ ਮੁਹ ਮੁਹ ਖਾਏ। ਅੱਜ ਦਾ ਆਖਰੀ ਸ਼ਲੋਕ ਨੰਬਰ 201। ਕਬੀਰ ਲੇਖਾ ਦੇਣਾ ਸੁਹੇਲਾ, ਜੋ ਦਿਲ ਸੂਚੀ ਹੋਏ। ਉਸ ਸਾਚੇ ਦੀਵਾਨ ਮਹਿ ਪੱਲਾ ਨਾ ਪਕੜੈ ਕੋਏ। ਲੇਖਾ ਤਾਂ ਦੇਣਾ ਹੀ ਪਵੇਗਾ, ਪਰ ਅਸੀਂ ਅਜੀਬੋ ਗਰੀਬ ਕਹਾਣੀਆਂ ਬਣਾ ਲਈਆਂ ਹਨ ਕਿ ਜਿਸ ਵੇਲੇ ਲੇਖਾ ਦੇਣਾ ਹੈ, ਜਿਹੜੇ ਮਜ਼ਹਬ ਨੂੰ ਮੰਨਣ ਵਾਲੇ ਨੇ, ਭਾਵੇਂ ਭਰਮ ਵਿੱਚ ਹੀ ਜ਼ਿੰਦਗੀ ਲੰਘ ਗਈ ਹੋਵੇ, ਉਹ ਆਖਦੇ ਨੇ ਜਿਹੜਾ ਮੇਰਾ ਪੈਗੰਬਰ ਹੈ ਉਸਨੇ ਹਾਮੀ ਭਰ ਦੇਣੀ ਹੈ ਕਿ ਇਸ ਦਾ ਜ਼ਿੰਮੇਵਾਰ ਮੈਂ ਹਾਂ। ਉਹ ਸਾਰੇ ਪਾਪ ਤੁਸੀਂ ਕਰੋ ਤੇ ਤੁਹਾਡੀ ਸਜ਼ਾ ਭੋਗਣ ਵਾਸਤੇ ਸਿਫਾਰਿਸ਼ ਕੋਈ ਹੋਰ ਕਰੇ ਕਿ ਇਹ ਮੇਰੇ ਤੇ ਛੱਡ ਦਿਓ ਜੀ। ਖੁਦਾ ਦੇ ਦਰ ਦੀ ਇਹ ਰੀਤੀ ਨਹੀਂ। ਇਹ ਦੁਨੀਆ ਵਿੱਚ ਤੂੰ ਸਿਫਾਰਿਸ਼ਾਂ ਚਲਾਉਂਦਾ ਹੋਵੇਂਗਾ, ਪਰਮਾਤਮਾ ਦੇ ਦਰ ਤੇ ਹਰ ਜੀਵ ਨੇ ਆਪਣੇ ਕਰਮ ਦਾ ਹਿਸਾਬ ਦੇਣਾ ਹੈ। ਕਬੀਰ ਜੀ ਕਹਿੰਦੇ ਨੇ ਲੇਖਾ ਦੇਣਾ ਸੁਖਾਲਾ ਹੋ ਸਕਦਾ ਹੈ ਜੋ ਦਿਲ ਸੂਚੀ ਹੋਏ, ਜੇ ਦਿਲ ਵਿੱਚ ਪਵਿੱਤਰਤਾ ਕਾਇਮ ਹੈ। ਕਬੀਰ ਲੇਖਾ ਦੇਣਾ ਸੁਹੇਲਾ, ਜੋ ਦਿਲ ਸੂਚੀ ਹੋਏ। ਉਸ ਸਾਚੇ ਦੀਵਾਨ ਮਹਿ ਪੱਲਾ ਨਾ ਪਕੜੈ ਕੋਏ। ਪਰ ਇਹ ਗੱਲ ਚੇਤੇ ਰੱਖੀ, ਉਸ ਦਰਗਾਹ ਦੇ ਅੰਦਰ ਲੇਖਾ ਦੇਣਾ ਸੁਖਾਲਾ ਤਾਂ ਹੋ ਜਾਏਗਾ, ਪਰ ਪਵਿੱਤਰਤਾ ਦੀ ਬਰਕਤ ਨਾਲ। ਫਿਰ ਤੈਨੂੰ ਕੋਈ ਪੱਲਿਓਂ ਫੜ ਕੇ ਖਿੱਚ ਨਹੀਂ ਸਕਦਾ। ਦਿਲ ਸੁੱਚਾ ਹੈ ਤੇ ਰੱਬ ਦੇ ਦਰ ਤੇ ਤੈਨੂੰ ਆਦਰ ਮਿਲੇਗਾ। ਸਤਿਗੁਰੂ ਜੀ ਨੇ ਵੀ ਆਖਿਆ, ਰੇ ਰੇ ਦਰਗਹ ਕਹੈ ਨਾ ਕੋਊ। ਰੇ ਰੇ ਆਖ ਕੇ ਦੁਰਕਾਰਿਆ ਨਹੀਂ ਜਾਏਗਾ। ਰੇ ਰੇ ਦਰਗਹ ਕਹੈ ਨਾ ਕੋਊ। ਆਓ ਬੈਠ ਆਦਰ ਸ਼ੁਭ ਦੇਉ। ਉਹ ਮਹਿਲੀ ਪਾਵਹਿ ਤੂੰ ਬਾਸਾ, ਜਨਮ ਮਰਨ ਨਹਿ ਹੋਏ ਬਿਨਾਸਾ। ਮਸਤਕ ਕਰਮ ਲਿਖਿਓ ਤੁਰ ਜਾ ਕੈ, ਹਰ ਸੰਪੈ ਨਾਨਕ ਘਰ ਤਾਕੈ। ਭਗਤੀ ਦੀ ਦੌਲਤ ਉਸ ਜੀਵ ਦੇ ਪੱਲੇ ਹੋਵੇਗੀ। ਤੁਰੋਂ ਚੰਗੇ ਭਾਗ ਤੇ ਦਰਗਾਹ ਅੰਦਰ ਮਾਣ। ਆਓ ਬੈਠ ਆਦਰ ਸ਼ੁਭ ਦੇਉ। ਜੇ ਉਸ ਦਰਗਾਹ ਅੰਦਰ ਅਪਮਾਨ ਤੋਂ ਬਚਣਾ ਹੈ, ਉੱਥੇ ਕੋਈ ਸਿਫਾਰਿਸ਼ ਨਹੀਂ ਚੱਲਣੀ। ਨਾ ਤੇਰੀਆਂ ਦਿੱਤੀਆਂ ਬਲੀਆਂ ਕੁਰਬਾਨੀਆਂ ਕੰਮ ਆਉਣੀਆਂ ਹਨ, ਨਾ ਤੇਰੀਆਂ ਬਾਹਰ ਦੀਆਂ ਯਾਤਰਾਵਾਂ ਭਟਕਣਾ ਕੰਮ ਆਉਣੀਆਂ ਹਨ। ਉੱਥੇ ਕੰਮ ਆਉਣਾ ਤੇਰੇ ਦਿਲ ਦੀ ਪਵਿੱਤਰਤਾ ਨੇ। ਜੇ ਅੰਦਰੋਂ ਸੁੱਚਾ ਹੈ ਤਾਂ ਦਰਗਾਹ ਅੰਦਰ ਮਾਣ ਹੈ, ਅੰਦਰੋਂ ਕੂੜਿਆਰ ਹੈ, ਮੈਲ ਦਾ ਕਾਲਖ ਦਾ ਭਰਿਆ ਹੋਇਆ ਹੈ, ਤਾਂ ਲੇਖਾ ਦੇਣਾ ਸੁਹੇਲਾ ਨਹੀਂ ਹੋਵੇਗਾ, ਕਠਿਨ ਹੋ ਜਾਏਗਾ। ਕਬੀਰ ਜੀ ਦੇ ਹੀ ਬਚਨ ਹਨ, ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਏਗਾ। ਕਿਹੜਾ ਮੂੰਹ ਲੈ ਕੇ ਜਾਣਾ ਹੀ, ਇਸ ਗੱਲ ਦਾ ਖਿਆਲ ਹੁਣੇ ਕਰ, ਤਾਂ ਕਿ ਤੂੰ ਜ਼ਿੰਦਗੀ ਦੇ ਜਿਹੜੇ ਬਚਦੇ ਦਿਹਾੜੇ ਨੇ ਇਸ ਢੰਗ ਨਾਲ ਬਿਤਾ ਸਕੇ ਕਿ ਪਵਿੱਤਰਤਾ ਤੇਰੇ ਪੱਲੇ ਹੋਵੇ। ਅਗਰ ਇਹ ਪਵਿੱਤਰਤਾ ਪੱਲੇ ਹੋਈ ਤੇ ਉਸ ਪਵਿੱਤਰ ਮਾਲਕ ਦੇ ਦਰ ਘਰ ਵਿੱਚ ਤੈਨੂੰ ਮਾਣ ਮਿਲੇਗਾ, ਢੋਈ ਮਿਲੇਗੀ। ਤੈਨੂੰ ਕੋਈ ਪਕੜ ਕੇ ਪੱਲਿਓਂ ਖਿੱਚ ਨਹੀਂ ਸਕੇਗਾ। ਉਸ ਦਰਗਾਹ ਅੰਦਰ ਕੋਈ ਰੋਕ ਟੋਕ ਨਹੀਂ ਹੋਵੇਗੀ। ਸੁਖਾਲਾ ਹੋ ਜਾਏਗਾ ਤੈਨੂੰ ਲੇਖਾ ਦੇਣਾ। ਹਰ ਇਤਰਾਜ਼ ਤੋਂ ਬਚ ਜਾਏਗਾ ਔਰ ਮਾਲਕ ਦੇ ਦਰ ਪ੍ਰਵਾਨ ਚੜ ਜਾਏਗਾ। ਵਾਹਿਗੁਰੂ ਜੀ ਕਿਰਪਾ ਕਰਨ। ਅਸੀਂ ਭਟਕਣ ਦੇ ਥਾਂ
ਤੇ ਜੀਵਾਂ ਨੂੰ ਮਾਰ ਕੇ ਪ੍ਰਮਾਤਮਾ ਦੀ ਪ੍ਰਸੰਨਤਾ ਭਾਲਣ ਦੇ ਥਾਂ ਮੈਂ ਨੂੰ ਮਾਰ ਸਕੀਏ ਤੇ ਅੰਦਰਲੇ ਟਿਕਾਣੇ ਜਿੱਥੇ ਮਾਲਕ ਬਿਰਾਜਮਾਨ ਹੈ ਉੱਥੋਂ ਤੱਕ ਰਸਾਈ ਬਣਾ ਸਕੀਏ। ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।